ਕੀਰਤਪੁਰ ਸਾਹਿਬ ਦੀ ਧਰਤੀ ਤੇ ਅਵਤਰਿਤ ਹੋਏ ਨੇ। ਉਸ ਸਥਾਨ ਤੇ ਦੋ ਗੁਰੂ ਸਾਹਿਬਾਨਾਂ ਦਾ ਜਨਮ ਹੋਇਆ ਹੈ, ਜਿੱਥੇ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਹੈ। ਵੈਸੇ ਤਾਂ ਉਸ ਸਾਰੀ ਧਰਤੀ ਇੰਨੀ ਭਾਗਾਂ ਵਾਲੀ ਹੈ ਕਿ ਛੋਟੇ ਜਿਹੇ ਉਸ ਸ਼ਹਿਰ ਦੇ ਵਿੱਚ ਕਰੀਬ 22 ਗੁਰਦੁਆਰੇ ਇਤਿਹਾਸਿਕ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਤੇ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਸੰਬੰਧਿਤ ਅਨੰਦਪੁਰ ਸਾਹਿਬ ਜੀ ਦੇ ਅਗਰ ਹੋਰ 22 ਗੁਰਦੁਆਰੇ ਐਡ ਕਰ ਦਈਏ ਤੇ ਇਹਨਾਂ ਦੋ ਛੋਟੇ ਛੋਟੇ ਸ਼ਹਿਰਾਂ ਦੇ ਵਿੱਚ ਹੁਣ ਤੇ ਅਨੰਦਪੁਰ ਸਾਹਿਬ ਤਹਿਸੀਲ ਹੋ ਗਿਆ ਔਰ ਕੁਝ ਸਮੇਂ ਪਹਿਲਾਂ ਹੀ ਪੂਰਨ ਤੌਰ ਤੇ ਜ਼ਿਲ੍ਹੇ ਦੇ ਰੂਪ ਵਿੱਚ ਵੀ ਸਥਾਪਿਤ ਹੋਇਆ। ਪਰ ਆਬਾਦੀ ਕਰਕੇ ਇਹਨਾਂ ਸ਼ਹਿਰਾਂ ਨੂੰ ਛੋਟੇ ਮੰਨ ਸਕਦੇ ਹਾਂ, ਉਸ ਦੇ ਬਾਵਜੂਦ ਵੀ ਪੂਰੀ ਦੁਨੀਆ ਇਹਨਾਂ ਦੋ ਸ਼ਹਿਰਾਂ ਨੂੰ ਜਾਣਦੀ ਹੈ। ਅਨੰਦਪੁਰ ਸਾਹਿਬ ਖਾਲਸੇ ਦਾ ਜਨਮ ਸਥਾਨ ਹੈ ਤੇ ਕੀਰਤਪੁਰ ਸਾਹਿਬ ਸਤਿਗੁਰ ਪਾਤਸ਼ਾਹ ਜੀ ਦੇ ਇਤਿਹਾਸ ਨਾਲ ਜੁੜੇ ਹੋਏ ਬਹੁਤ ਸਾਰੇ ਪਹਿਲੂ ਹਨ। ਜ਼ਿਆਦਾਤਰ ਜਦੋਂ ਵੀ ਕੋਈ ਪ੍ਰਾਣੀ ਚੜ੍ਹਾਈ ਕਰਦਾ ਹੈ ਤੇ ਸਾਰੇ ਕੀਰਤਪੁਰ ਸਾਹਿਬ ਅਸਥੀਆਂ ਲੈ ਕਰਕੇ ਜਾਂਦੇ ਨੇ, ਗੁਰਦੁਆਰਾ ਪਤਾਲਪੁਰੀ ਸਾਹਿਬ। ਖੈਰ, ਜਿੱਥੇ ਮਹਾਰਾਜ ਦਾ ਜਨਮ ਹੋਇਆ ਹੈ ਉਹ ਸ਼ਹਿਰ ਦੇ ਵਿਚਕਾਰ ਰੇਲਵੇ ਸਟੇਸ਼ਨ ਬੱਸ ਸਟੈਂਡ ਤੋਂ ਠੀਕ ਸਾਹਮਣੇ ਗੁਰਦੁਆਰਾ ਚਰਨ ਕਮਲ ਸਾਹਿਬ, ਉਹਦੇ ਨਜ਼ਦੀਕ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਤੇ ਗੁਰੂ ਹਰਿਰਾਏ ਸਾਹਿਬ ਜੀ ਦਾ ਜਨਮ ਸਥਾਨ ਹੈ। ਸੰਸਾਰ ਉੱਤੇ ਆ ਕੇ ਗੁਰੂ ਮਹਾਰਾਜ ਜਿਸ ਗੱਲ ਦੀ ਪ੍ਰੇਰਣਾ ਬਣੇ ਨੇ, ਦੁਨੀਆ ਵਿੱਚ ਬਾਲ ਰੂਪ ਵਿੱਚ ਦੁਨੀਆ ਦੇ ਲੋਕਾਂ ਨੇ ਬੜੇ ਕੌਤਕ ਵੇਖੇ ਸਨ। ਕੋਈ ਬਾਲ ਰੂਪ ਵਿੱਚ ਯੋਧਾ ਬਣ ਗਿਆ, ਕੋਈ ਬਾਲ ਰੂਪ ਵਿੱਚ ਗਿਆਨਵਾਨ ਬਣਿਆ ਸੀ, ਕੋਈ ਬਾਲ ਰੂਪ ਵਿੱਚ ਰਾਜਾ ਵੀ ਬਣਿਆ, ਕੋਈ ਬਾਲ ਰੂਪ ਵਿੱਚ ਭਿਖਾਰੀ ਵੀ ਬਣਿਆ, ਕੋਈ ਬਾਲਕ ਦੇ ਰੂਪ ਵਿੱਚ ਬਹੁਤ ਵੱਡਾ ਛਤਰੀ ਯੋਧਾ ਬਣਿਆ ਹੈ, ਕੋਈ ਬਾਲ ਰੂਪ ਵਿੱਚ ਵੈਦ ਹਕੀਮ ਬਣ ਗਿਆ। ਲੇਕਿਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਜੀਵਨ ਇਤਿਹਾਸ ਤੋਂ ਪਹਿਲਾਂ ਕੋਈ ਬਾਲ ਸਰੂਪ ਵਿੱਚ ਗੁਰੂ ਨਹੀਂ ਸੀ ਬਣਿਆ। ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ। ਕਿਉਂਕਿ ਗੁਰੂ ਹੋਣਾ ਆਪਣੇ ਆਪ ਵਿੱਚ ਇਹ ਨਹੀਂ ਕਿ ਖੁਦ ਗਿਆਨ ਹਾਸਲ ਕਰਨਾ, ਬਲਕਿ ਦੂਸਰੇ ਨੂੰ ਗਿਆਨ ਵੰਡਣਾ ਹੈ। ਆਪਣੇ ਜੀਵਨ ਦੀ ਜ਼ਿੰਮੇਵਾਰੀ ਨਹੀਂ, ਗੁਰੂ ਬਣ ਕੇ ਸਾਰੀ ਖਲਕਤ, ਸਾਰੀ ਪਬਲਿਕ ਦੀ ਜ਼ਿੰਮੇਵਾਰੀ, ਉਹਨਾਂ ਦੇ ਜੀਵਨ ਦੀ ਪਰਵਰਿਸ਼ ਆਪ ਸਿਰ ਤੇ ਲੈਣੀ ਪੈਂਦੀ ਹੈ। ਇਸ ਲਈ ਗੁਰੂ ਬਣ ਕੇ ਸੰਸਾਰ ਦੇ ਇਤਿਹਾਸ ਵਿੱਚ ਇੱਕ ਨਵਾਂ ਕੌਤਕ ਰਚਿਆ ਔਰ ਇਸ ਕੌਤਕ ਨੂੰ ਸਿੱਖ ਇਤਿਹਾਸ ਵਿੱਚ ਹੀ ਵੇਖਿਆ ਜਾ ਸਕਦਾ। ਬਾਕੀ ਤੁਸੀਂ ਜਿਤਨੇ ਵੀ ਇਤਿਹਾਸ ਦੁਨੀਆ ਦੇ ਵੇਖੋਗੇ, ਕਿਸੇ ਵਿੱਚ ਵੀ ਕੋਈ ਇਤਨੀ ਛੋਟੀ ਉਮਰ ਦੇ ਵਿੱਚ ਗੁਰਤਾ ਗੱਦੀ ਤੇ ਸੁਭਾਈਮਾਨ ਨਹੀਂ ਹੋਇਆ। ਬਹੁਤ ਸਾਰੇ ਉਸ ਸਮੇਂ ਦੇ ਵਿਦਵਾਨਾਂ ਨੇ ਇਸ ਗੱਲ ਦੀ ਹੈਰਾਨੀ ਜਤਾਈ। ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਦੇ ਇਸ ਫੈਸਲੇ ਉੱਤੇ ਕਈਆਂ ਨੇ ਸ਼ੰਕੇ ਤੇ ਕੀਤੇ, ਪਰ ਗੁਰੂ ਮਹਾਰਾਜ ਨੇ ਜਿਸ ਪ੍ਰਕਾਰ ਨਾਲ ਗੁਰਤਾ ਗੱਦੀ ਤੇ ਬਹਿ ਕੇ ਅੱਗੇ ਸੰਗਤ ਸਾਹਮਣੇ ਉਪਦੇਸ਼ ਦਿੱਤਾ, ਉਹ ਆਪਣੇ ਆਪ ਵਿੱਚ ਇੱਕ ਬੜਾ ਵਿਲੱਖਣ ਸਿਧਾਂਤ ਸੀ, ਜਿਹਦੇ ਕਰਕੇ ਸਾਰੇ ਲਾਜਵਾਬ ਹੋਏ। ਸਭਨਾਂ ਨੂੰ ਇਹ ਯਕੀਨ ਹੋਇਆ ਕਿ ਨਹੀਂ, ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਇਸ ਗੁਰਤਾ ਗੱਦੀ ਦੇ ਯੋਗ ਹਨ। ਕਿਉਂਕਿ ਸਤਿਗੁਰ ਪਾਤਸ਼ਾਹ ਜੀ ਦੀ ਜੋ ਪਰਵਰਿਸ਼ ਹੋਈ ਹੈ, ਉਸ ਪਰਵਰਿਸ਼ ਦੇ ਦੌਰਾਨ ਉਹਨਾਂ ਨੇ ਜੋ ਜੀਵਨ ਬਿਤਾਇਆ ਗੁਰੂ ਹਰਿਰਾਏ ਸਾਹਿਬ ਜੀ ਦੀ ਦੇਖ ਰੇਖ ਵਿੱਚ ਬੀਤਿਆ। ਤੇ ਗੁਰੂ ਹਰਿਰਾਏ ਸਾਹਿਬ ਜੀ ਬੜੇ ਹੀ ਸਹਿਜ ਤੇ ਸ਼ੀਲ ਸੁਭਾਅ ਦੇ ਸਨ। ਸਾਰੀ ਦੁਨੀਆ ਵਿੱਚ ਇੱਕ ਬੜਾ ਮਹਾਨ ਕਿੱਤਾ ਮੰਨਿਆ ਜਾਂਦਾ ਹੈ, ਜਿਸ ਨੂੰ ਰੱਬ ਤੋਂ ਬਾਅਦ ਦੂਜਾ ਰੂਪ ਲੋਕ ਮੰਨਦੇ ਨੇ, ਉਹ ਹੈ ਡਾਕਟਰ। ਪੁਰਾਣੇ ਸਮੇਂ ਵਿੱਚ ਹਕੀਮ ਜਾਂ ਵੈਦ। ਵੀ ਰੱਬ ਤੋਂ ਬਾਅਦ ਇਹੀ ਹੈ, ਜੇ ਡਾਕਟਰ ਨਾ ਮਿਲੇ ਤੇ ਅਕਸਰ ਬਹੁਤ ਸਾਰੇ ਵਿਅਕਤੀਆਂ ਨੂੰ ਪ੍ਰਾਣ ਤਿਆਗਦੇ ਹੋਏ ਵੇਖਿਆ ਹੈ। ਸਿੱਖੀ ਵਿੱਚ ਡਾਕਟਰੀ ਦੀ ਸ਼ੁਰੂਆਤ ਗੁਰੂ ਹਰਿਰਾਏ ਸਾਹਿਬ ਜੀ ਨੇ ਕੀਤੀ ਤੇ ਉਸ ਨੂੰ ਇਸ ਛੋਟੀ ਜੀ ਉਮਰ ਵਿੱਚ, ਅੱਜ ਦੇ ਦੌਰ ਵਿੱਚ 4 ਸਾਲ ਦੀ MBBS ਕਰਕੇ, ਫਿਰ 2 ਜਾਂ 3 ਸਾਲ ਦੀ MS ਕਰਕੇ, ਉਸ ਤੋਂ ਬਾਅਦ ਫਿਰ ਕੋਈ ਹੋਰ ਡਿਪਲੋਮਾ ਲੈ ਕੇ ਸਪੈਸ਼ਲਿਸਟ ਹੋਣ ਦਾ 7-8 ਸਾਲ ਵਿੱਚ ਕੋਈ ਕੰਪਲੀਟ ਇੱਕ ਡਾਕਟਰ ਬਣਦਾ, ਉਹ ਵੀ ਇੱਕ ਕਿਸੇ ਸਰੀਰ ਦੇ ਪਾਰਟ ਦਾ ਸਪੈਸ਼ਲਿਸਟ। ਕੋਈ ਆਈ ਸਪੈਸ਼ਲਿਸਟ ਬਣ ਜਾਏਗਾ, ਕੋਈ ਹਾਰਟ ਸਪੈਸ਼ਲਿਸਟ ਹੋ ਜਾਂਦਾ, ਕੋਈ ENT ਹੋ ਜਾਂਦਾ, ਕੋਈ ਹੋਰ ਕਿਸੇ ਤਰ੍ਹਾਂ ਦੀ ਡਿਗਰੀਆਂ ਹਾਸਲ ਕਰ ਲੈਂਦਾ। ਲੇਕਿਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਆਪਣੇ ਗੁਰੂ ਪਿਤਾ ਜੀ ਪਾਸੋਂ
वैदगी दे उस वक्त दे जितने भी सारे नुस्खे सन और जो इलाज के तौर तरीके होंदे सन, उन्हां सारियां चीज़ां नूं समझिया सी। और सब तो वड्डी चीज़ है बंदे दे अंदर हुंदा मानसिक रोग, मन करके जो उन्होंने आप ही बंदा स्वीकार कर लैंदा है भी मैं इस प्रकार दे नाल रोगी हाँ, या इस ढंग दे नाल आप ही अपने मन नूं बड़ा नीवा जिहा मन लैंदा। कईयां नूं कहीए भी पाठ करो तो वह कहणगे मेरे कोल हो नहीं सकता। इनू मानसिक रोग कहते हैं, क्योंकि ऐसी किहड़ी चीज़ है जिहड़ी नहीं हो सकती। और यदी मिसाल इस रूप में है, अगर कोई भी इंसान जे 1.5-2 घंटे अखबार पढ़न या मैगजीन पढ़न उत्ते ला सकता है तो नितनेम तो फिर 50-60 मिनट में हो जाना, वो तो कोई मुश्किल नहीं होया। लेकिन मानसिक रोग है पहला ही तय कर लिया जाता है मेरे को हो नहीं सकता। इंसान सोच लेंदा नहीं मैं ये कर नहीं पावांगा, मेरे को ये नहीं होएगा। इस असमर्था नूं गुरु हरकृष्ण जी महाराज ने एक मिसाल बन के संपूर्ण किया। 5 साल की महज उम्र होवे और उस समय इन्नियां वड्डियां जिम्मेदारियां संभाल लैनियां जो संसार के लोग 5 साल की की उम्र हुंदी है। असी 5 साल के बच्चों नूं कल्ला नहीं छड्ड सकते, ना वो कल्ले खा सकते हैं, ना वो सही तरह कपड़े पा सकते हैं, ना कोई होर तौर तरीका जीवन का उन्होंने आउंदा है। पर गुरु हरकृष्ण जी महाराज मिसाल बने इस गल की कि कोई भी असंभव काम है वो हर एक काम बड़ी आसानी नाल गुरु की कृपा होवे ते संभव हो सकता है। मानसिकता बदलण वास्ते गुरु साहब ने बाणी का सहारा भी लिया। तो एक वचन मैं आप जी नाल साझा करना है, जिस प्रथाए महाराज ने साबित किया कि हर बंदा पहलों अपने मन नूं निरोग करे। आपां सारे जदों बंगला साहब जाते हैं तो सारे पुकार करते हाँ श्री हरकृष्ण ध्याई है जिस डिठे सब दुख जाए। तो सब दुख विच मानसिक रोग भी आउंदे ने, आत्मिक रोग अध्यात्मिक रोग भी आउंदे ने, शारीरिक रोग भी आउंदे हन। तो गुरु महाराज ने रोग नूं पहचान के, क्योंकि जो नियम है ना वैदा वैद सुवैद तू पहला रोग पछाण, यह तरीका है। अज के दौर में उन्ने सियाणे वैद या डॉक्टर नहीं कह सकते हो जब तक उन्होंने कोल रिपोर्ट ना आए ब्लड की, वो कुछ दस नहीं सकते। जब तक अल्ट्रासाउंड उन्होंने ना मिले, एक्सरे उन्होंने ना मिले, MIR उन्होंने ना मिले, वो कुछ नहीं दसते। कहते जी अजे रिपोर्ट आण दिओ फिर कुछ दसांगे। यदा मतलब पुराने समय के जिहड़े वैद हकीम नब्ज़ देख के सब कुछ दस देंदे सन, वो बाकमाल विद्या होवेगी उन्हां दी। क्योंकि रोग पहचानिया गया तो फिर इलाज विच कोई दिक्कत नहीं है। खुराक तो 2-3 ने असर कर देना है, लेकिन संसार के अज के जिहड़े रोग नहीं ना पहचान पाउंदे वो एक्सपैरीमेंट करते रहंदे ने। तुसीं वेखो जिहड़ा डॉक्टर समझ के तुहानूं ये कहे ना आ 1 दिन की दवाई लै जाओ कल फिर आयो, समझ लो उन्होंने रोग की पकड़ नहीं है। उन्हें एक तुक्का मारिया भी जे आ दवाई चल गई तो कल भी यही दे देंगा, नहीं तो कल बदलांगा। माफ़ी चाहना मैं ये गल आप जी नाल साझी कर रहा, पर महाराज ने कहा जब रोग ही नहीं पहचानिया तो वह ठीक किवें करेगा। तो जिहड़े एक्सपैरीमेंट ने वो तो कईयां दी जान का खतरा बन सकते हैं। गुरु महाराज ने इस पक्ष विच जो स्पष्टीकरण दिता, वैदगी की जो शुरुआत गुरु हरराय साहब जी ने की सी, उस विच इस गल नूं परपक किया कि पहला रोग पहचानिया जाए और रोग पहचान के फिर उसकी सही औषधि पता होवे, उसकी सही मात्रा पता होवे। तो गुरु साहब ने 52 अखरी लिखी है। उस विच महाराज ने जो लल्ला अखर पढ़ाया तो लल्ले अखर की पढ़ाई कराउंदियां होया महाराज ने कहा लल्ला लावो औखद जाहू। महाराज कहते ने हे इंसान, अगर तू अपने जीवन में कोई औषधि अपनानी है, कोई दवाई लैनी है, तो तू ऐसी दवाई लै जिहदे नाल रोग खत्म होवे, रोग वधे। ऐसा उपराला नहीं करना। बंदे नूं एक ते होवे खंघ, गला होवे खराब, तो उतों कहे भी पकौड़े बना लो, तो ये तो फिर जिवें सियाणे कहंदे ने ते नास नहीं सवा सत्यानाश है। एक तो रोग ऐसा आया है जिन्हें होर दुख नूं वधा देना, उपरों खुराक ऐसी खाधी जानी। इसलिए औखद सही रूप विच होना इस गल का प्रतीक है कि इंसान ने अपनी समझ नूं वधाया। साहब कहंदे ने कि लल्ला लावो औखद जाहू, दुख दर्द ते मिटे खिनाहू।
भी ऐसी दवाई अपनानी चाहिए जिहदे विच एक खिन दे अंदर रोग चला जाए, तो गुरु पातशाह जी ने ऐसा किया है। बहुत चर्चित इतिहास है पंजोखरा साहब का, जो अनाउंसमेंट करदे आप जी नूं श्रवण कराया गया कि छज्जू झियूर का जो दुख सी वो पलों में कटिया गया। गल ये नहीं कि वह गूंगा सी जां बहरा सी, अचानक कोई चमत्कार जिहा हो गया। असल विच ये चमत्कार रब अगर ना करे तो असीं सारे इंज धर्म स्थानां ते नहीं बैठांगे। दुनिया नूं लगेगा कि जी सब कुछ चल रहा, दुनिया अपने सिस्टम में चल रही है, किसी को नाम जपण की लोड़ की है। रब की मौजूदगी का प्रगटावा इसे गल विच हुंदा है जिस गल विच इंसान ये महसूस करता कि हाँ हुण कोई नहीं रहा, हुण मेरा केवल परमात्मा है। जदों इस एहसास विच इंसान जींदा है तो फिर उन्होंने पता लगता है कि हाँ भगती करन विच सचमुच पलां विच रोग दूर हुंदे ने। ते वो किवें? साहब कहते ने जे नाम की औषधि लईए, अगे लिखिया है नाम औखद जे हृदय हितावै। हुण इस गल नूं दिलों मनना पएगा, संसारक औषधियां बंद नहीं करनियां। मैं ये नहीं कहांगा क्योंकि रातों रात चीज़ नहीं बदलेगी। जो आप जी दुनियावी दवाइयां छक रहे हैं संसारक लोग को सब ने खाणियां ने, पर महाराज ने कहा जो नाम की दवाई है ये इस गल का प्रतीक रहिंदी है। जिवें कई बार हुंदा रोगी हो के दवाई खाना एक अलग गल है, लेकिन रोग दे आउण तो पहलां दवाइयां खा लेना एक वक्री गल है। जिवें सियाणे सर्दियां आउंदियां सार बजुर्ग मातावां पंजीरी बनाया करदियां सन गर्म चीज़ां पा के, बदाम काजू मखाने आदि होर कई चीज़ां, क्योंकि उस खुराक ने सर्दी जुकाम नूं नेड़े नहीं आण देना। हुण हो जाए तो डॉक्टर कोल जाना वो अलग गल है, लेकिन पहलां तो ऐसी खुराक अपना लैनी एक सियाणप का प्रतीक है। तो साहब कहते ने हे इंसान जब तेरे हथों गल निकल जाएगी तां तू नाम जपेगा, दुख तो उदों भी दूर होएगा। पर जे रोग दे आउण तो पहलां ही तू कोई कोशिश कर लें तो गुरु साहब ने वेखो की लिखिया, कहते नाम औखद जे हृदय हितावै ताहे रोग सुपने नहीं आवे। हकीकत विच ते की उन्होंने सुपने विच भी रोगी होने का कोई ऐसा मौका नहीं बनेगा, क्योंकि अकाल पुरख परमात्मा की रहमत सदके विधि ऐसी बन गई कि सारे रोग अपने आप चले जाते हैं। गुरु सवारियो सतगुर पातशाह जी ने इस सिद्धांत के नाल नाल दुनिया नूं ये भी सिखाया है कि जे कोई रोग आया भी है ना तो फिर उस परमात्मा के अगे चरणों में अरदास कर सकते हाँ। इस गल की मिसाल हैं धन गुरु अर्जन देव जी महाराज। देखो रब ते भरोसा होवे ना तो वह भरोसा कितना क पक्का हो सकता है जदों भी किसी नूं चेचक आउंदी है ना तो ये इंसान नूं कोई ना कोई कष्ट दे के जाती है, किसी का कोई एक अंग चला जाता है या इंसान ये निशान उहदे चेहरे ते रह जाते हैं या फिर मौत ही हो जाती है। रब के चरणों में अरदास की धन गुरु अर्जन देव जी महाराज ने जदों हरगोबिंद साहब जी नूं शीतला हुई, वो चली भी गई, ना निशान रहे ना कोई अंग गया, तो मौत का सवाल बनता ही नहीं सी। ये उस अकाल पुरख वाहिगुरू की ऐसी रहमत है कि सतगुर पातशाह जी ने परमात्मा के नाम का ओट आसरा लिया तो रोग चले भी गए और किसी तरह की कोई समस्या भी नहीं आई। इसलिए साहिब श्री गुरु हरकृष्ण जी महाराज संसार के लोगों लिए एक प्रेरणा बने। जिहदे अंदर दर्द होवे ना वो दूसरिਆਂ ਦੇ दुख ਨੂੰ समझ के फिर उन्होंने दूर करने का उपराला करता है। जिहदे अपने अंदर ही दर्द नहीं है और उस दर्द का एहसास नहीं है, उस एहसास तो बिना संसार के लोगों का किसी प्रकार के नाल कोई भला नहीं किया जा सकता। एक शायर का बड़ा खूबसूरत कहना है, वो कहता भी ज़माना जिससे रूठे फिर कज़ा भी जिससे टकराए। एक तो ज़माना नाराज़ हो जाए, दुनिया के लोग पिछे हट जान, तो कज़ा पतझड़ नूं कहंदे ने भी हालात कुछ ऐसे होण भी इंसान का हाथ तंग हो जाए या कुछ समस्यावां दुनिया दियां आ जाण तो उन्हां चीज़ां बारे उन्हां कहा है। कहण लगे भी उदों फिर इंसान देवी देवते आगे पुकार करता है, पर वो कहते हैं कहाँ तक इन खिलौनों से कोई अब दिल को बहलाए, हज़ारों ख्वाहिशें दिल में कोई आए कोई जाए। तो कहते ने फिर इस पक्ष में आखिरी पंक्ति च उन्होंने जज्बे की गल की, कहते छुपाए लाख साबर जज्बाए दिल छुप नहीं सकता, किसी के देख कर आंसू मेरी आँखों में भर आए। ये गुरु हरकृष्ण जी महाराज के जीवन संबंधी है।
ਦੁੱਖ ਦੁਨੀਆ ਦਾ ਹੈ ਪਰ ਉਹਨਾਂ ਨੇ ਆਪਣਾ ਸਮਝ ਲਿਆ। ਦੁਖੀ ਸੰਸਾਰ ਦੇ ਲੋਕ ਨੇ, ਅਥਰੂ ਕਿਸੇ ਦੀ ਅੱਖ ਵਿੱਚ ਆਏ ਨੇ, ਪਰ ਦੁੱਖ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਮਹਿਸੂਸ ਕਰਦੇ ਨੇ। ਪਰੇਸ਼ਾਨੀ ਕਿਸੇ ਨੂੰ ਹੋ ਰਹੀ ਹੈ ਪਰ ਸਤਿਗੁਰੂ ਦੂਰ ਕਰਨ ਦੀ ਕੋਸ਼ਿਸ਼ ਆਪ ਕਰਦੇ ਹਨ। ਜਿਹਦੇ ਅੰਦਰ ਇੱਕ ਦਰਦ ਹੈ ਦੂਸਰੇ ਦੀ ਤਕਲੀਫ ਨੂੰ ਸਮਝਣ ਦਾ, ਕੋਈ ਉਹ ਦੂਸਰੇ ਦੀਆਂ ਤਕਲੀਫਾਂ ਨੂੰ ਦੂਰ ਵੀ ਕਰ ਸਕਦਾ ਹੈ। ਮਹਾਰਾਜ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਕਹਿਣ ਲੱਗੇ, ਜੋ ਮੈਂ ਵੇਦਨ ਸਾ ਕਿਸ ਆਖਾਂ ਮਾਈ। ਕਹਿਣ ਲੱਗੇ, ਹੇ ਗੁਰੂ ਸਾਹਿਬ, ਮੇਰੇ ਅੰਦਰ ਇੱਕ ਵੇਦਨਾ ਹੈ, ਵੇਦਨਾ ਕਹਿੰਦੇ ਨੇ ਤੜਪ ਨੂੰ, ਉਹ ਮੈਂ ਕਿਹਦੇ ਅੱਗੇ ਕਰਾਂ, ਕਿਹਦੇ ਅੱਗੇ ਪੁਕਾਰ ਕਰਾਂ? ਆਪਣੀ ਵੇਦਨਾ ਮੈਂ ਕਿਸ ਨੂੰ ਦੱਸਾਂ? ਜੋ ਮੈਂ ਵੇਦਨ ਸਾ ਕਿਸ ਆਖਾਂ ਮਾਈ, ਹਰ ਬਿਨ ਜੀਉ ਨਾ ਰਹਿ ਕੈਸੇ ਰਾਖਾਂ ਮਾਈ। ਰੱਬ ਤੋਂ ਬਿਨਾਂ, ਉਹਦੇ ਨਾਮ ਤੋਂ ਬਿਨਾਂ ਮੇਰਾ ਜੀਵਨ ਨਹੀਂ ਰਹਿ ਰਿਹਾ, ਤੇ ਮੈਂ ਕਿਵੇਂ ਆਪਣੇ ਜੀਵਨ ਨੂੰ ਸੰਭਾਲਾਂ? ਜੋ ਅੰਦਰ ਦੀ ਤਕਲੀਫ ਨੂੰ ਮਹਿਸੂਸ ਕਰ ਲੈ, ਉਹ ਵਿਅਕਤੀ ਉਸ ਤਕਲੀਫ ਨੂੰ ਦੂਰ ਕਰਨ ਦਾ ਉਪਰਾਲਾ ਵੀ ਕਰ ਲੈਂਦਾ ਹੈ। ਸਤਿਗੁਰੂ ਮਹਾਰਾਜ ਨੇ ਗੁਰਮਤਿ ਸਿਧਾਂਤ ਦੇ ਅਨੁਸਾਰ ਸਾਨੂੰ ਇਹ ਸਿਧਾਂਤ ਬਖਸ਼ਿਸ਼ ਕੀਤਾ, ਇਹ ਪ੍ਰੇਰਣਾ ਦਿੱਤੀ ਕਿ ਅਸੀਂ ਕਿਸੇ ਵੀ ਮੁਸੀਬਤ ਵਿੱਚ ਘਬਰਾਈਏ ਨਾ, ਕਿਉਂਕਿ ਜੇ ਘਬਰਾ ਗਏ, ਜੇ ਡਰ ਗਏ, ਤੇ ਫਿਰ ਉਹ ਮੁਸੀਬਤ ਵੈਸੇ ਉੱਪਰੋਂ ਹੋਰ ਹਾਵੀ ਹੋ ਜਾਏਗੀ। ਪਰ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ, ਸੰਕਟ ਤੇ ਆਏਗਾ, ਪਰ ਜੇ ਕਿਤੇ ਉਸ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰ ਦਈਏ, ਜਿਹਨੇ ਅਨੇਕਾਂ ਵਿਅਕਤੀਆਂ ਦੇ, ਸੰਸਾਰਕ ਲੋਕਾਂ ਦੇ ਸੰਕਟ ਦੂਰ ਕੀਤੇ ਹੋਣ, ਤੇ ਫਿਰ ਸਾਡੇ ਜੀਵਨ ਨੂੰ ਇੱਕ ਰਸਤਾ ਮਿਲ ਜਾਏਗਾ। ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਇਹ ਫਰਮਾਇਆ, ਕਹਿਣ ਲੱਗੇ, ਹਰ ਔਖਦ ਸਭ ਘਟ ਹੈ ਭਾਈ। ਇਹ ਜੋ ਨਾਮ ਦਾ ਔਖਦ ਹੈ, ਐਸਾ ਨਹੀਂ ਕਿ ਫਲਾਨੀ ਜਗ੍ਹਾ ਨਹੀਂ ਮਿਲੇਗਾ, ਉੱਥੇ ਨਹੀਂ ਮਿਲੇਗਾ, ਉੱਥੇ ਨਹੀਂ ਮਿਲ ਸਕਦਾ। ਇਹ ਨਾਮ ਦਾ ਔਖਦ ਹਰ ਥਾਂ ਤੇ ਪ੍ਰਾਪਤ ਹੋਏਗਾ, ਹਰ ਵਿਅਕਤੀ ਨੂੰ ਮੁਹੱਈਆ ਹੁੰਦਾ ਹੈ। ਤੇ ਸਾਹਿਬ ਕਹਿੰਦੇ ਨੇ, ਗੁਰ ਪੂਰੇ ਬਿਨ ਬਿਧ ਨਾ ਬਣਾਈ। ਕਹਿੰਦੇ ਗੁਰੂ ਪੂਰੇ ਤੋਂ ਬਿਨਾਂ ਇਹ ਵਿਧੀ ਨਹੀਂ ਬਣਦੀ, ਕਿਉਂਕਿ ਗੁਰੂ ਹੀ ਜਾਣਦਾ ਹੈ ਅਸਲ ਰੂਪ ਵਿੱਚ ਔਖਦ ਕੀ ਹੈ। ਤੇ ਤੁਸੀਂ ਰੋਜ਼ ਪੜ੍ਹਦੇ ਹੋ, ਸਰਬ ਰੋਗ ਕਾ ਔਖਦ ਨਾਮ। ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜਿੱਥੇ ਸੰਸਾਰਕ ਜੜੀਆਂ ਬੂਟੀਆਂ ਦੇ ਜਾਣਕਾਰ ਹਨ, ਦੁਨਿਆਵੀ ਰੋਗਾਂ ਦੇ ਜਾਣਕਾਰ ਨੇ, ਕਿਉਂਕਿ ਉਸ ਸਮੇਂ ਗੁਰੂ ਸਾਹਿਬ ਆਪ ਮੌਜੂਦ ਨੇ ਜਿਸ ਵੇਲੇ ਦਾਰਾ ਸ਼ਿਕੋ ਬਿਮਾਰ ਪਿਆ। ਔਰੰਗਜ਼ੇਬ ਨੇ ਇਹਨੂੰ ਸ਼ੇਰ ਦੀ ਮੁੱਛ ਦਾ ਵਾਲ ਖਵਾ ਦਿੱਤਾ। ਸ਼ੇਰ ਦੀ ਮੁੱਛ ਦਾ ਵਾਲ ਇੱਕ ਤੇ ਤਾਰ ਵਰਗਾ ਹੁੰਦਾ, ਦੂਸਰਾ ਸ਼ੇਰ ਦੀਆਂ ਮੁੱਛਾਂ ਨੂੰ ਜੋ ਲਹੂ ਲੱਗਦਾ ਹੈ ਨਾ, ਉਹ ਸਾਫ਼ ਨਹੀਂ ਹੁੰਦਾ, ਤੇ ਉਹ ਬੈਕਟੀਰੀਆ ਵੱਧਦੇ ਜ਼ਹਿਰ ਪੈਦਾ ਕਰ ਦਿੰਦੇ ਨੇ। ਉਹ ਬੜਾ ਜ਼ਹਿਰੀਲਾ ਹੁੰਦਾ, ਬੰਦਾ ਅੰਦਰੋਂ ਹੀ ਫਿਰ ਹੌਲੀ ਹੌਲੀ ਰੋਗਾਂ ਨਾਲ ਗ੍ਰਸਤ ਹੋ ਕੇ ਮਰ ਜਾਂਦਾ ਉਹਦੇ ਕਰਕੇ। ਤੇ ਉਹਦਾ ਨਿਕਲਣਾ ਜ਼ਰੂਰੀ ਹੁੰਦਾ, ਉਹ ਮਾਸ ਦੇ ਅੰਦਰ ਫਸ ਜਾਂਦਾ, ਨੁਕੀਲਾ ਜੋ ਹੁੰਦਾ ਅੰਦਰ ਦੀਆਂ ਅੰਦਰਾਂ ਵਿੱਚ, ਉਹਨੂੰ ਖਵਾ ਦਿੱਤਾ। ਤੇ ਉਹ ਹੁਣ ਨਿਕਲਣ ਵਾਸਤੇ ਉਹਦੇ ਜੋ ਉਹਦੀ ਔਸ਼ਧੀ ਚਾਹੀਦੀ ਸੀ, 2 ਮਾਸੇ ਦੀ ਹਰੜ ਤੇ 1-2 ਰੱਤੀ ਦੀ ਲੌਂਗ। ਇਹ ਆਮ ਮਿਲਦੀ ਨਹੀਂ, ਲੌਂਗ ਛੋਟੀ ਮਿਲ ਜਾਂਦੀ ਹੈ, ਲੇਕਿਨ 2 ਰੱਤੀ ਦੀ ਲੌਂਗ ਯਾਨੀ ਵੱਡੀ ਆਕਾਰ ਦੀ, ਕੋਈ ਖਾਸ ਕਿਸਮ ਦੀ ਹੁੰਦੀ ਹੈ। ਜਿਵੇਂ ਅੱਜ ਕੱਲ੍ਹ ਕੁਝ ਦਵਾਈਆਂ ਕੁਝ ਖਾਸ ਦੇਸ਼ਾਂ ਵਿੱਚ ਹੀ ਬਣਦੀਆਂ ਨੇ, ਉੱਥੋਂ ਹੀ ਮਿਲਦੀਆਂ ਨੇ, ਇਸੇ ਤਰ੍ਹਾਂ ਕਹਿ ਲਓ ਕਿ ਉਸ ਵੇਲੇ ਗੁਰੂ ਹਰਿਰਾਏ ਸਾਹਿਬ ਜੀ ਦਾ ਦਵਾਖਾਨਾ ਕਿਤਨਾ ਕੁ ਵੱਡੇ ਲੈਵਲ ਦਾ ਹੋਏਗਾ ਕਿ ਸ਼ਾਹਜਹਾਂ ਕੋਲ, ਉਹਦੇ ਹਕੀਮਾਂ ਕੋਲ, ਉਹਦੇ ਰਾਜਵੈਦਾਂ ਕੋਲ ਉਹ ਦਵਾਈਆਂ ਨਹੀਂ ਹਨ। ਇਹਦਾ ਮਤਲਬ ਉਹਦਾ ਦਵਾਖਾਨਾ ਛੋਟਾ ਹੋਇਆ, ਤੇ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਪਾਸ ਇਹ ਸਾਰੀਆਂ ਕੀਮਤੀ ਜੜੀ ਬੂਟੀਆਂ ਮੌਜੂਦ ਨੇ, ਕਿਉਂਕਿ ਉਹਦੇ ਸੁੱਚਾ ਮੋਤੀ ਵੀ ਚਾਹੀਦਾ, ਤੇ ਸੁੱਚਾ ਮੋਤੀ ਤੇ ਬਣਦਾ ਕਈ ਸਾਲਾਂ ਦੇ ਵਿੱਚ ਜਾ ਕੇ। ਉਹ ਇਹਦੇ ਵਿੱਚ ਮਿਲਾ ਕੇ ਇਹਨਾਂ ਨੂੰ ਤਿੰਨੋਂ ਚੀਜ਼ਾਂ ਦੇਣੀਆਂ ਸਨ ਸਹੀ ਮਾਤਰਾ ਦੇ ਵਿੱਚ। ਤੇ ਉਹਦੇ ਰਾਜਵੈਦ ਆ ਕੇ ਕਹਿੰਦੇ ਨੇ, ਕਹਿਣ ਲੱਗੇ, ਸਾਡੇ ਵੱਸ ਦੀ ਗੱਲ ਨਹੀਂ ਰਹੀ ਹੈ, ਪਰ ਤੈਨੂੰ ਸੂਹ ਦੱਸ ਦਿੰਨੇ ਆ ਵੀ ਜਾ ਕੇ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ 'ਚ ਤੂੰ ਬੇਨਤੀ ਕਰ। ਕਹਿਣ ਲੱਗੇ, ਮੈਂ ਉਹਨਾਂ ਦੇ ਦਾਦਾ ਜੀ ਨਾਲ ਲੜਾਈਆਂ ਕੀਤੀਆਂ ਨੇ, ਗੁਰੂ ਹਰਿਰਾਏ ਸਾਹਿਬ ਜੀ ਨਾਲ 2 ਜੰਗਾਂ ਹੋਈਆਂ ਨੇ, ਦੁਸ਼ਮਣੀ ਵਾਲਾ ਵਾਸਤਾ ਹੈ, ਉਹ ਮੇਰੇ ਬੱਚੇ ਦੇ ਇਲਾਜ ਵਾਸਤੇ ਦਵਾਈ ਕਿਉਂ ਦੇਣਗੇ? ਤੇ ਵੇਖੋ, ਅਸੀਂ ਤੇ ਸਿੱਖ ਹਨ, ਔਰ ਸਿੱਖ ਕੀ ਹਿੰਦੁਸਤਾਨ ਦਾ ਤੇ ਹਰ ਬਾਸ਼ਿੰਦਾ ਗੁਰੂ ਮਹਾਰਾਜ ਦੀ ਉਸਤਤ ਕਰਦਾ ਹੈ। ਉਹ ਦੁਸ਼ਮਣੀ ਨਿਭਾਉਣ ਦੀ ਗੱਲ ਵੀ ਕਰ ਰਹੇ ਨੇ, ਔਰ ਪਤਾ ਵੀ ਹੈ ਕਿ ਅਸੀਂ ਦੁਸ਼ਮਣ ਹਾਂ, ਲੇਕਿਨ ਫਿਰ ਵੀ ਕੀ ਤਾਰੀਫ ਉਹਦੇ ਮੂੰਹੋਂ ਨਿਕਲਦੀ ਹੈ। ਉਹ ਰਾਜਵੈਦ ਕਹਿੰਦੇ ਹਨ, ਕਹਿਣ ਲੱਗੇ, ਬਾਦਸ਼ਾਹ ਸਲਾਮਤ, ਇਸ ਗੱਲ ਦੀ ਚਿੰਤਾ ਨਾ ਕਰ ਕਿ ਤੂੰ ਉਹਨਾਂ ਦੇ ਨਾਲ ਜੰਗਾਂ ਕੀਤੀਆਂ ਨੇ, ਉਹ ਗੁਰੂ ਨਾਨਕ ਦਾ ਦਰ ਹੈ,
उस दर दे उत्ते ते कोई भी आ जाए, जे सवाली बन के आ गया ना, जे झोली फैला के आ गया, तो उस दर तो एक आवाज़ आउंदी है, जेह दर आवत जाते हो हटकै नाही कोए, सो दर कैसे छोड़ी है जो दर ऐसा होए। कहने लगे वो दर ऐसा उतों किसी नूं मोड़िया नहीं जाता। ये यकीन जिस वेले शाहजहां नूं होया ना, वो हैरान भी होया, लेकिन अपनी औलाद लई करना सी। लिखते रूप विच उन्हें चिट्ठी लिखी है कि महाराज मेरा बच्चा बीमार है। तो उस वेले गुरु हरकृष्ण जी महाराज की उम्र 4 कुछ साल दी है जिस वेले ये वाक़या वापरदा है। तो वो देख रहे हैं इस चीज़ नूं कि जिन्हां दे नाल वडेरियां ने जंगां कीतियां ने, उन्हां ने ही फिर औषधि मंगी है, दवाई मंगी है। गुरु सवारियो, गुरमत दे इस पहलू नूं समझना संसार दे लई बड़ा औखा है, क्योंकि अज भी अगर किते एक संसार दे सामने गल कह दी जाए ना कि फरीदा बुरे दा भला कर, गुस्सा मन ना हंडाए, तो फिर इंसान सोचेगा बुरे दा भला किवें करिए, किस तरह किसी बुरे इंसान की भलाई सोच सकते हाँ। पर गुरु हरकृष्ण जी महाराज ने इस गल नूं प्रवान किया। जदों दिल्ली बुलाया गया ना, बुलाया सत्कार दे नाल, क्योंकि सतगुर पातशाह जी दे कोई आण दी इत्थे ऐसी कोई खबर नहीं सी, लेकिन उन्होंने क्यों बुलाया, क्योंकि जो पहला राम राय जी नाल कर चुके ने, उस दौरान जो कुछ हो चुका, वो चाहता सी कि इस बाल स्वरूप विच अगर ये गुरता गद्दी ते बैठे ने तो इन्हां दे दर्शन कीते जाण, कुछ तो खासियत होवेगी। इस मनसूबे नाल मिर्जा राजा जय सिंह, मिर्जा उहदी उपाधि सी, राजा जय सिंह ने संधि कर ली सी औरंगजेब दे नाल। ते फिर वो आके कहता भी मेरी हो सकता है बेनती स्वीकार ना करन महाराज, और अगर आ भी गए दिल्ली विच ते मेरे कोल नहीं रहणगे। इसलिए राजा जय सिंह नूं कहा गया एक तो बुलाण वास्ते तुहाडे अहदीए जाण, क्योंकि ये गल बहुत इंपॉर्टेंट हुंदी है। तुसीं आम तौर पर अगर वेखो ना, जदों आपां भी शादी विआह दे विच किस रिश्तेदार दे घर इनविटेशन देण किहने जाना है, ये स्पैशली पहलों बैठ के मीटिंग हुंदी है कि हाँ किहनूं किहड़ा बंदा कदों आएगा, क्यों आएगा, किस नूं कौन इनवाइट करन जाएगा, किवें इनवाइट करना है, सारियां चीज़ां बहुत खास हुंदियां ने। औरंगजेब ने विशेष तौर पर राजा जय सिंह नाल इस प्रति वार्ता की है कि मैं चाहता हाँ कि वह दिल्ली विच आण और उन्हां नाल मेरी वार्ता होवे, मैं उन्हां नूं मिलना चाहना। इतने छोटे स्वरूप दे विच इतने वड्डी जिम्मेदारी नूं निभा रहे ने। हुण एक मुगल बादशाह गुरु साहिब नूं मिलना चाहता, इसदा मतलब शख्सियत का अंदाज़ा लग सकता उत्थों। तो फिर वो राजा जय सिंह नूं कहंदा है कि तू आप अपने वजीर और कुछ सिपा सालार उन्हां नूं भेज। ते गुरु महाराज दे लई उन्हें विशेष तौर पर एक हाथी की सवारी, कोई 51 घोड़ सवार ते पैदल सवार, ये सत्कार लई भेजे जाते हैं भी इतने तुहाडे सत्कार भी ये तुहाडे अगे अगे चलणगे, तुहाडा अदब करते हुए। तो जिमें अजकल नेतावां नूं VIP ट्रीटमेंट मिलता है, प्रोटोकॉल लगती है, सारे लोग आम लोगों नूं रोक देंदे हैं, उस हिसाब के नाल गुरु साहिब जी दे लई वो वडियाई वो बड़े ही सत्कार दे नाल उन्हां नूं दिल्ली बुलाउण वास्ते सारे बंदोबस्त होए। तो हुण राजा जय सिंह ते जदों गल आ गई तो फिर ये तय नहीं हो सकिया कि महाराज ठहरनगे किते, औरंगजेब कोल नहीं ठहरनगे, ये गल पक्की सी। तो राजा जय सिंह अपनी राणी नाल वार्ता करता है कि गुरु साहिब नूं कित्थे ठहराइए। अगों वेखो घर परिवार ना जे सलावां विच इस तरह चले तो बहुत जल्दी तरक्कियां होंदियां ने, क्योंकि की पता किस दे अंदर किहड़ी बेहतर और चंगी राय निकल आवे। राजा जय सिंह ने अपनी राणी नाल सलाह की, कहण लगे राजन स्वामी दूसरिਆਂ ਨੂੰ गुरु महाराज की सेवा देंगे, दूसरे अपने घर ਨੂੰ भाग लाणगे, दूजे उत्थे अपनी तरक्कियां हासिल कर लैणगे, सानू मौका मिले असीं क्यों ना गुरु साहिब जी ਨੂੰ अपने घर बुलाइए। तो जो बंगला साहिब है ये राजा जय सिंह का महल सी। तो राजा जय सिंह कहने लगा भी मैं सोच रहा सा भी तेनू खेचल होएगी, नौकरानियां आसे पासे काम बड़े पै जाणगे, महाराज की सेवा करनी पेगी, तू है राणी। कहने कि राणी हाँ अपने लिए ठीक है, नौकरां कोलों करावांगी, पर गुरु हरकृष्ण जी महाराज इत्थे अगर विश्राम करते हैं तो मेरे ते भाग जाग जाणगे ना, मेरी ते किस्मत बदल जाएगी, मैनू सेवा का मौका मिलेगा। तो राजा जय सिंह कहता मैं इस करके नहीं कह रहा सी कि तू राणी है तैनू खेचल बड़ी होएगी। तो वह कहने लगे नहीं, असी आप अपने घर महाराज नूं बुला के ते उन्हां दी सेवा करांगे।
ਸਾਰਾ ਕੁਝ ਤੈਅ ਹੋ ਗਿਆ। ਗੁਰੂ ਸਾਹਿਬ ਜੀ ਬੰਗਲਾ ਸਾਹਿਬ ਆ ਗਏ। ਭਾਵ ਰਾਜਾ ਜੈ ਸਿੰਘ ਦਾ ਉਸ ਵੇਲੇ ਮਹਿਲ ਹੁੰਦਾ ਸੀ। ਉਸ ਮਹਿਲ ਵਿੱਚ ਜਿਸ ਵੇਲੇ ਆਏ ਤੇ ਜਦੋਂ ਖਬਰ ਮਿਲੀ ਹੈ ਰਾਣੀ ਨੂੰ, ਉਹਦੇ ਮਨ ਵਿੱਚ ਅਚਾਨਕ ਇੱਕ ਵਿਚਾਰ ਆ ਗਈ ਕਿ ਬੜੀ ਛੋਟੀ ਉਮਰ ਹੈ, ਬੜੀ ਵੱਡੀ ਜ਼ਿੰਮੇਵਾਰੀ ਤੇ ਨੇ, ਤੇ ਕਿਉਂ ਨਾ ਮੈਂ ਛੋਟੀ ਜਿਹੀ ਇੱਕ ਪਰਖ ਕਰ ਲਵਾਂ। ਹੋ ਹੀ ਜਾਂਦਾ ਹੈ, ਅਗਰ ਛੱਜੂ ਝਿਊਰ ਵੇਲੇ ਉਸ ਪੰਡਿਤ ਨੇ ਪਰਖ ਕਰ ਲਈ ਕਿ ਜੀ ਗੀਤਾ ਦੇ ਅਰਥ ਕਰਵਾ ਦਿਓ, ਉਹ ਗੱਲ ਉਹਨੇ ਸੁਣ ਲਈ ਸੀ ਕਿ ਮਹਾਰਾਜ ਕੌਤਕ ਕਰਕੇ ਆਏ ਨੇ, ਤੇ ਉਹਦੇ ਮਨ ਵਿੱਚ ਜਾਗਰਤੀ ਆਈ। ਕਹਿਣ ਲੱਗੇ ਮੈਂ ਵੀ ਕਿਉਂ ਨਾ ਸਤਿਗੁਰ ਪਾਤਸ਼ਾਹ ਜੀ ਦਾ ਕੋਈ ਕੌਤਕ ਵੇਖ ਲਵਾਂ। ਉਹਨੇ ਇੱਕੋ ਜਿਹੇ ਬਹੁਤ ਸੋਹਣੇ ਵਸਤਰ, ਰਾਣੀਆਂ ਵਾਲੇ ਕੱਪੜੇ ਆਪਣੀਆਂ ਦਾਸੀਆਂ ਨੂੰ ਪਹਿਨਾ ਦਿੱਤੇ। ਆਪ ਦਾਸੀਆਂ ਵਾਲੇ ਪਾ ਲਏ, 2-4 ਦਾਸੀਆਂ ਵੀ ਨਾਲ ਰੱਖ ਲਈਆਂ। ਕਹਿਣ ਲੱਗੇ ਜੇ ਮਹਾਰਾਜ ਸੰਪੂਰਨ ਤੌਰ ਤੇ ਉਸ ਅਕਾਲ ਪੁਰਖ ਦੀ ਬਖਸ਼ਿਸ਼ਾਂ ਦੇ ਪਾਤਰ ਹੋਏ ਤੇ ਉਹ ਮੈਨੂੰ ਜ਼ਰੂਰ ਪਹਿਚਾਣ ਲੈਣਗੇ। ਤੇ ਸਾਰੀਆਂ ਹੁਣ ਖਲੋ ਗਈਆਂ। ਹੁਣ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਸਾਰਿਆਂ ਨੂੰ ਬੜੇ ਪ੍ਰੇਮ ਨਾਲ ਵੇਖਿਆ, ਉਸੇ ਭਾਵਨਾ ਦੇ ਅਨੁਸਾਰ, ਔਰ ਜੋ ਰਾਣੀ ਸੀ ਉਹਦੇ ਕੋਲ ਜਾ ਕੇ ਤੇ ਉਹਦੇ ਸਿਰ ਤੇ ਛੜੀ ਰੱਖ ਕੇ ਤੇ ਕਹਿੰਦੇ ਨੇ ਰਾਣੀਆਂ ਨੂੰ ਗੋਲੀਆਂ ਵਾਲੇ ਕੱਪੜੇ ਚੰਗੇ ਨਹੀਂ ਲੱਗਦੇ। ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ। ਇਹ ਭਾਵਨਾ ਉਹਦੇ ਮਨ ਅੰਦਰ ਜਿਸ ਵੇਲੇ ਬਣੀ, ਉਹਦੇ ਸਾਰੇ ਸੰਕੇ ਨਿਵਰਤ ਹੋ ਗਏ ਬਿਲਕੁਲ ਨਿਸ਼ਕਾਮ ਭਾਵਨਾ ਦੇ ਨਾਲ। ਕਿਉਂਕਿ ਜਦੋਂ ਬੰਦੇ ਦੇ ਮਨ ਵਿੱਚ ਕੋਈ ਸ਼ੰਕਾ ਨਾ ਰਵੇ ਤੇ ਫਿਰ ਇਨਸਾਨ ਇੱਕ ਸਧਾਰਨ ਤੌਰ ਤੇ ਜੋ ਖਾਕ ਦੀ ਚੁਟਕੀ ਵੀ ਹੋਵੇ ਉਹ ਵੀ ਬੰਦੇ ਲਈ ਅਕਸੀਰ ਬਣ ਜਾਂਦੀ ਹੈ ਭਾਵਨਾ ਦੇ ਅਨੁਸਾਰ। ਤੇ ਜੇ ਭਾਵਨਾ ਨਹੀਂ ਹੈ ਤੇ ਭਾਵੇਂ ਬੰਦੇ ਨੂੰ ਅੰਮ੍ਰਿਤ ਮਿਲਿਆ ਹੋਵੇ ਉਹ ਉਸ ਨੂੰ ਵੀ ਗ੍ਰਹਿਣ ਨਹੀਂ ਕਰ ਪਾਉਂਦਾ, ਕਿਉਂਕਿ ਯਕੀਨ ਨਹੀਂ ਹੈ ਉਹਨੂੰ। ਰਾਣੀ ਨੇ ਯਕੀਨ ਕੀਤਾ, ਰਾਜਾ ਜੈ ਸਿੰਘ ਨੇ ਯਕੀਨ ਕੀਤਾ। ਔਰੰਗਜ਼ੇਬ ਦੇ ਮਨ ਵਿੱਚ ਗੁਰੂ ਸਾਹਿਬ ਜੀ ਦੇ ਪ੍ਰਤੀ ਉਹ ਜਿਹੜਾ ਸਤਿਕਾਰ ਹੈ, ਠੀਕ ਹੈ, ਔਰੰਗਜ਼ੇਬ ਦੀ ਜ਼ਿੰਦਗੀ ਦਾ ਇੱਕ ਆਖਰੀ ਪਹਿਲੂ ਉਸ ਚੀਜ਼ਾਂ ਨਾਲ ਜੁੜਿਆ ਹੋਇਆ ਹੈ ਜਿਹਦੇ ਕਰਕੇ ਸਾਰਾ ਸਿੱਖ ਜਗਤ ਉਹਦੇ ਨਾਲ ਨਫ਼ਰਤ ਕਰਦਾ, ਬਲਕਿ ਸੰਸਾਰ ਨਫ਼ਰਤ ਕਰਦਾ ਹੈ। ਪਰ ਸ਼ੁਰੂਆਤ ਵਿੱਚ ਕਿਉਂਕਿ ਦੇਖੋ ਨਵਾਂ ਰਾਜਾ ਬਣਿਆ ਤੇ ਉਸ ਵੇਲੇ ਬੜਾ ਸੰਭਲ ਕੇ ਕਦਮ ਰੱਖ ਰਿਹਾ ਸੀ। ਠੀਕ ਹੈ, ਬਾਅਦ ਵਿੱਚ ਕੁਝ ਮੌਲਾਣਿਆਂ ਨੇ, ਕੁਝ ਮੌਲਵੀਆਂ ਨੇ, ਕੁਝ ਇਸਲਾਮ ਦੇ ਖਿਦਮਤਗਾਰਾਂ ਨੇ ਉਹਨੂੰ ਭੜਕਾਇਆ ਹੋਏਗਾ, ਤੇ ਰਾਜੇ ਤੁਹਾਨੂੰ ਪਤਾ ਕੰਨਾਂ ਦੇ ਕੱਚੇ ਹੀ ਹੁੰਦੇ ਨੇ, ਜਿਸ ਪਾਸੇ ਉਹ ਦੇਖਣ ਮਾਹੌਲ ਇੰਦਰ ਚੱਲ ਰਿਹਾ ਤੇ ਚੱਲ ਪੈਂਦੇ ਨੇ। ਪਰ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਮਨ ਵਿੱਚ ਇਸ ਗੱਲ ਨੂੰ ਪਾਉਣਾ ਕਿ ਉਹਨੇ ਆਪ ਸਤਿਗੁਰ ਪਾਤਸ਼ਾਹ ਜੀ ਨੂੰ ਸਤਿਕਾਰ ਦੇ ਨਾਲ ਬੁਲਾਇਆ, ਇਹ ਇੱਕ ਐਸਾ ਪਹਿਲੂ ਸੀ ਜੋ ਉਸ ਪ੍ਰਭਾਵ ਨੂੰ ਜ਼ਾਹਿਰ ਕਰਦਾ ਹੈ ਕਿ ਦੁਸ਼ਮਣ ਭਾਵੇਂ ਕਿਤਨਾ ਵੀ ਵੱਡਾ ਹੋਵੇ, ਲੇਕਿਨ ਜਦ ਉਹ ਮਜ਼ਲੂਮ ਬਣ ਕੇ ਸਾਹਮਣੇ ਆ ਜਾਏ ਤੇ ਸਤਿਗੁਰੂ ਦੇ ਅੰਦਰ ਇਤਨਾ ਵਿਸ਼ਾਲ ਹਿਰਦਾ ਹੈ ਕਿ ਉਹਦੇ ਉੱਤੇ ਵੀ ਸਤਿਗੁਰੂ ਰਹਿਮਤਾਂ ਵਰਤਾ ਦਿੰਦੇ ਹਨ। ਗੁਰੂ ਸਵਾਰਿਓ, ਸਤਿਗੁਰ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੀਆਂ ਇਹ ਵਡਿਆਈਆਂ ਅਸੀਂ ਸਾਰੇ ਬੰਗਲਾ ਸਾਹਿਬ ਜਾ ਕੇ ਵੀ ਲੈਂਦੇ ਹਾਂ ਤੇ ਰੋਜ਼ਾਨਾ ਅਸੀਂ ਅਰਦਾਸ ਵਿੱਚ ਵੀ ਬੇਨਤੀ ਕਰਦੇ ਹਾਂ। ਮੈਂ ਕੇਵਲ ਇੱਕ ਬੇਨਤੀ ਕਰਕੇ ਵਿਚਾਰ ਨੂੰ ਸੰਪੂਰਨ ਕਰਾਂ। ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ, ਉਹਨਾਂ ਨੇ ਜਦੋਂ ਦਿੱਲੀ ਕਦਮ ਰੱਖਿਆ ਹੈ, ਸੁਭਾਵਕ ਤੌਰ ਤੇ ਉਦੋਂ ਬਰਸਾਤ ਨਹੀਂ ਪਈ ਸੀ ਕਈ ਸਾਲਾਂ ਤੋਂ, ਤੇ ਡੰਗਰ ਪਸ਼ੂ ਮਰ ਗਏ, ਪਾਣੀ ਦੀ ਕਮੀ ਕਰਕੇ ਜੀ ਜੰਤ ਮਰ ਗਏ, ਤੇ ਉਸ ਵੇਲੇ ਸਾਂਭਣ ਦਾ ਯਤਨ ਨਹੀਂ ਸੀ ਹੁੰਦਾ। ਮੁਸ਼ਕ ਫੈਲੀ ਸੜੇ ਹੋਏ ਮਾਸ ਆਦਿਕ ਦੀ, ਤੇ ਉਹਦੇ ਨਾਲ ਬਿਮਾਰੀਆਂ ਫੈਲੀਆਂ। ਉਸ ਬਿਮਾਰੀ ਵਿੱਚੋਂ ਚੇਚਕ ਦੀ ਬਿਮਾਰੀ ਜ਼ਿਆਦਾ ਹੋ ਗਈ। ਔਰੰਗਜ਼ੇਬ ਆਪ ਤੇ ਨਿਕਲ ਗਿਆ ਉੱਥੋਂ, ਕਿਉਂਕਿ ਬਾਦਸ਼ਾਹ ਅਕਸਰ ਇਹੀ ਕਰਦੇ ਨੇ ਵੀ ਇੱਥੇ ਇਲਾਕਾ ਰਹਿਣ ਲਾਇਕ ਨਹੀਂ ਹੈ, ਕਿਸੇ ਹੋਰ ਜਗ੍ਹਾ ਨਿਕਲ ਜਾਂਦੇ ਆ। ਆਮ ਪਬਲਿਕ ਜਦੋਂ ਇੱਥੇ ਕਰਾਹ ਰਹੀ ਸੀ, ਮਰ ਰਹੀ ਸੀ, ਲੋਕ ਰੋ ਰਹੇ ਸਨ, ਕੁਰਲਾ ਰਹੇ ਸਨ, ਦੁੱਖ ਵਿੱਚ ਫਸੇ ਹੋਏ ਸਨ। ਐਸੇ ਦੁੱਖਾਂ ਦੇ ਹਾਲਾਤ ਵਿੱਚ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਦੁਖੀਆਂ ਦੀ ਬਾਂਹ ਫੜੀ ਤੇ ਉਸ ਅਸਰ ਪ੍ਰਭਾਵ ਨੂੰ ਸਾਬਿਤ ਕੀਤਾ ਸੰਸਾਰ ਦੇ ਸਾਹਮਣੇ, ਜੋ ਪੰਚਮ ਪਾਤਸ਼ਾਹ ਜੀ ਨੇ ਲਿਖਿਆ ਸੀ, ਜਨਮ ਜਨਮ ਕੇ ਦੁਖ ਨਿਵਾਰੈ, ਸੂਕਾ ਮਨ ਸਾਧਾਰੈ, ਦਰਸ਼ਨ ਭੇਟਤ ਹੋਤ ਨਿਹਾਲਾ, ਹਰ ਕਾ ਨਾਮ ਵਿਚਾਰੈ, ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਸਤਿਗੁਰ ਪਾਤਸ਼ਾਹ ਜੀ ਨੇ ਦੁਨਿਆਵੀ ਔਸ਼ਧੀਆਂ ਅਤੇ ਨਾਮ ਦੀ ਔਸ਼ਧੀ ਦਾ ਐਸਾ ਇੱਕ ਮੇਲ ਤਿਆਰ ਕੀਤਾ ਤੇ ਉਸੇ ਨੂੰ ਅਸੀਂ ਸਾਰਿਆਂ ਨੇ ਅਪਣਾਉਣਾ ਹੈ। ਗੁਰੂ ਸਵਾਰਿਓ, ਦੁਨਿਆਵੀ ਔਸ਼ਧੀ ਉਹ ਤੇ ਕੋਈ ਨਾ ਕੋਈ ਡਾਕਟਰ ਸਾਨੂੰ ਦੇ ਹੀ ਦੇਗਾ, ਦੇਖ ਕੇ ਸਾਡੇ ਰੋਗ ਦੇ ਮੁਤਾਬਕ। ਪਰ ਨਾਮ ਦੀ ਇਹ ਜੋ ਦਵਾਈ ਹੈ, ਇਹ ਸਾਨੂੰ ਕੇਵਲ ਗੁਰੂ ਚਰਨਾਂ ਵਿੱਚੋਂ ਹੀ ਪ੍ਰਾਪਤ ਹੋਏਗੀ। ਇਸ ਲਈ ਇਹ ਕੋਸ਼ਿਸ਼ ਕਰਨੀ ਹੈ ਕਿ ਅਸੀਂ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਉਸ ਵਿਸ਼ਾਲ ਹਿਰਦੇ ਤੋਂ ਜੋ ਸਿਧਾਂਤ ਸਾਨੂੰ ਸਿੱਖਾਂ ਨੂੰ ਪ੍ਰਾਪਤ ਹੋਏ ਨੇ, ਬੜੇ ਫਖਰ ਨਾਲ ਅਸੀਂ ਸਤਿਗੁਰ ਪਾਤਸ਼ਾਹ ਜੀ ਦੇ ਉਹਨਾਂ ਸਿਧਾਂਤਾਂ 'ਤੇ ਚੱਲਣ ਦਾ ਯਤਨ ਕਰਨਾ ਹੈ।